ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਨਰ ਸੈਲ ਸੋ ਤਾਰਿਓ, ਰਗਵਰ ਸਾਗਰ ਧਾਰ, ਤਿਉ ਹਮਕੋ ਨਹਿ ਤਾਰਹੁ, ਮਨ ਮੈਂ ਕੌਣ ਵਿਚਾਰ। ਬਾਨਰ ਸੈਲ ਸੋ ਤਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ੍ਰੀ ਮੰਤ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨਿਰਮਲੇ ਸੰਤਾਂ ਦਾ ਗ੍ਰੰਥ ਪਾਵਰ ਸਮਰਿਤ ਵਿਚਾਰ ਪੜ੍ਹ ਰਹੇ ਹਾਂ, ਜਿਸ ਦੇ 84 ਛੰਦ ਆਪਾਂ ਪੜ੍ਹ ਲਏ ਹੈ। ਅਤੇ ਜੋ ਆਪਾਂ ਕੱਲ੍ਹ ਪੜ੍ਹਿਆ ਸੀ ਕਿ ਸੰਸਾਰ ਦੇ ਜਿਹੜੇ ਵਿੱਚ ਜੰਮਣ ਮਰਨ ਚੱਕਰ ਨੂੰ ਨਾਸ ਕਰਨ ਵਾਲੇ ਸਾਰਿਆਂ ਨੇ ਗੁਣੀ ਗਿਆਨੀ ਨੇ ਵੱਖੋ ਵੱਖਰੇ ਤਰੀਕੇ ਮੰਨੇ ਹੈ ਵੀ ਸੰਸਾਰ ਵਿੱਚ ਜੰਮਣ ਮਰਨ ਦਾ ਚੱਕਰ ਕੱਟ ਕੇ ਮੁਕਤ ਹੋ ਜਾਣ ਨਾਲ ਇਹ ਸਾਧਨ ਕਰਨਾ ਚਾਹੀਦਾ ਹੈ। ਕਿਸੇ ਨੇ ਤੇ ਕਿਹਾ ਹੈ ਵੀ ਤਿਆਗ ਜਿਹੜਾ ਕਰ ਦੇਣਾ ਚਾਹੀਦਾ, ਇਹਦੇ ਨਾਲ ਹੀ ਮੁਕਤੀ ਹੈ। ਉਹ ਤਿਆਗ ਕਰਨ ਵਿੱਚ ਮੁਕਤੀ ਕਲਿਆਣ ਸਮਝਦੇ ਹੈ, ਜਿਸ ਕਰਕੇ ਕਈ ਤਿਆਗੀ ਆਪਣਾ ਘਰ-ਬਾਰ ਤਿਆਗ ਕੇ ਜੰਗਲਾਂ ਬੇਲਾਂ 'ਚ ਰਹਿੰਦੇ ਹੈ, ਜੁੱਤੀ ਨਹੀਂ ਪਾਉਂਦੇ। ਕਈ ਕਹਿੰਦੇ ਹੁਣ 12 ਸਾਲ ਛੱਤ ਹੇਠਾਂ ਨਹੀਂ ਰਹਾਂਗਾ, 12 ਸਾਲ ਬੋਲਾਂਗਾ ਨਹੀਂ, ਕੁਝ ਖਾਵਾਂਗਾ ਨਹੀਂ, ਜਾਂ ਇਕੱਲਾ ਦੁੱਧ ਹੀ ਛਕਾਂਗਾ, ਜਾਂ ਪਾਣੀ ਆਸਰੇ ਰਹਾਂਗਾ। ਭਾਵ ਇਸ ਤਰ੍ਹਾਂ ਸਾਧਨਾ ਕਰਨ ਵਿੱਚ ਹੀ ਮੁਕਤੀ ਸਮਝਦੇ ਹੈ। ਇੱਕ ਦਾਨ ਕਹਿੰਦੇ ਵੀ ਦਾਨ ਕਰੋ, ਦਾਨ ਨਾਲ ਮੁਕਤੀ ਹੁੰਦੀ ਹੈ ਸ੍ਰੇਸ਼ਟ ਪੁੰਨ ਕੀਤਿਆਂ। ਕਈਆਂ ਨੇ ਯੋਗ ਹਠ ਯੋਗ ਦੇ ਸਾਧਨ ਜਿਹੜੇ ਪ੍ਰਾਣਾਯਾਮ, ਪ੍ਰਤਿਆਹਾਰ, ਸਮਾਧੀ, ਨਿਰਵਿਕਲਪ ਸਮਾਧੀ, ਜੋ ਹਠ ਯੋਗ ਦੇ ਸਾਧਨ ਹਨ, ਉਹਨਾਂ ਨੂੰ ਮੰਨਿਆ ਹੈ ਵੀ ਉਸ ਵਿੱਚ ਮੁਕਤੀ ਹੈ। ਯੋਗ ਸਾਧਨਾ ਵਿੱਚ ਇਹ ਕਰੋ ਮੁਕਤੀ ਹੋਵੇਗੀ। ਕੋਈ ਤਾਂ ਸੰਸਾਰ ਵਿੱਚ ਜਿਹੜੀ ਕਠਨ ਤੋਂ ਕਠਨ ਤਪੱਸਿਆ, ਸਰੀਰ ਧੋਣਾ, ਉਹਨੂੰ ਸ੍ਰੇਸ਼ਟ ਸਾਧਨ ਮੰਨਿਆ ਮੁਕਤੀ ਦਾ। ਇਹ ਮੁਕਤੀ ਕਲਿਆਣ ਤਪ ਤਪੱਸਿਆ ਕੀਤਿਆਂ ਹੋ ਜਾਂਦੀ ਹੈ। ਕੋਈ ਕਹਿੰਦਾ ਵੀ ਤੀਰਥਾਂ 'ਤੇ ਨਿਵਾਸ ਕੀਤਿਆਂ ਮੁਕਤੀ ਹੋ ਜਾਂਦੀ ਹੈ, ਜਿਸ ਕਰਕੇ ਉਹ ਤੀਰਥਾਂ 'ਤੇ ਨਿਵਾਸ ਕਰਨ ਲੱਗ ਪੈਂਦੇ। ਕਈਆਂ ਨੇ ਯਮ ਨੂੰ ਮੰਨਿਆ ਮੁਕਤੀ ਦਾ ਸਾਧਨ, ਭਾਵ ਕਿ ਜੋ ਸੰਸਾਰ ਸਮੁੰਦਰ ਦੇ ਜੰਮਣ ਮਰਨ ਦਾ ਚੱਕਰ ਹੈ, ਇਹ ਤੋਂ ਛੁੱਟਣ ਲਈ ਯਮ ਸਾਧਨਾ ਕਰੋ ਅਤੇ ਉਹਦੇ ਨਾਲ ਤੁਸੀਂ ਮੁਕਤ ਹੋ ਜਾਓਗੇ। ਜੋ 5 ਪ੍ਰਕਾਰ ਦਾ ਆਪਾਂ ਪਿੱਛੇ ਪੜ੍ਹਿਆ ਹੀ ਹੈ। ਅਤੇ ਜਾਂ ਵੀ ਨੇਮ, ਜੋ ਹਠ ਯੋਗ ਦਾ ਦੂਸਰਾ ਅੰਗ ਹੈ ਨੇਮ, ਉਹ ਨੇਮ ਸਾਧਨਾ ਦੇ ਨਾਲ ਮੁਕਤੀ ਹੋ ਜਾਂਦੀ ਹੈ। ਸੰਸਾਰ ਦੇ ਜੰਮਣ ਮਰਨ ਦੇ ਚੱਕਰ ਨੂੰ ਨਾਸ ਕੀਤਾ ਜਾ ਸਕਦਾ ਹੈ ਅਤੇ ਮੁਕਤੀ ਕਲਿਆਣ ਹੋ ਸਕਦੀ ਹੈ। ਜਿਸ ਕਰਕੇ ਵੀ ਨੇਮ ਕਰਨਾ ਚਾਹੀਦਾ ਹੈ। ਨੇਮ ਸਾਧਨ ਉਹ ਵੀ ਅੱਗੇ 5 ਪ੍ਰਕਾਰ ਦਾ ਉਹ ਆਪਾਂ ਸਰਵਣ ਕੀਤਾ ਹੈ। ਇੱਕ ਦੇ ਜੋ ਸ਼ਾਸਤਰਾਂ ਮੁਤਾਬਕ, ਇੱਕ ਗੁਰਮਤ ਅਨੁਸਾਰ ਯਮ ਨੇਮ ਆਪਾਂ ਪੜ੍ਹਿਆ ਸੁਣਿਆ ਹੈ। ਹੁਣ ਅੱਗੇ ਜਿਵੇਂ ਕਥਾ ਵਿਚਾਰ ਆ ਰਹੀ ਹੈ, ਆਪਾਂ ਸਰਵਣ ਕਰੀਏ ਜੀ। ਜੋ ਪੰਡਿਤ ਗੁਲਾਬ ਸਿੰਘ ਮਹਾਰਾਜ ਕਹਿ ਰਹੇ ਹਨ, ਬਾਨਰ ਸੈਲ ਸੋ ਤਾਰਿਓ, ਕਹਿੰਦੇ ਵੀ ਸੋ ਦਾ ਅਰਥ ਜਿਸ, ਅਰਥ ਵਾਸਤੇ ਰਗਵਰ ਸਾਗਰ ਧਾਰ। ਜਿਸ ਰਗਵਰ ਭਾਵ ਰਘੂ ਕੁਲ ਦੇ ਜੋ ਸਵਾਰ ਕਹੀਏ ਸ੍ਰੇਸ਼ਟ ਸੂਰਬੀਰ ਹਨ, ਉਹ ਕੌਣ ਹੈ? ਸ਼੍ਰੀ ਰਾਮ ਚੰਦਰ ਭਗਵਾਨ ਜੀ। ਰਾਘਵਨ ਕੁਲ ਦੇ ਜੋ ਸ੍ਰੇਸ਼ਟ ਸੂਰਬੀਰ ਸ਼੍ਰੀ ਰਾਮ ਚੰਦਰ ਭਗਵਾਨ ਜੀ ਹਨ,
ਕਿ ਉਸ ਰਾਮਚੰਦਰ ਭਗਵਾਨ ਜੀ ਨੇ ਸਾਗਰ ਧਾਰ, ਜਿਹੜੀ ਸਾਗਰ ਦੀ ਬੜੀ ਤੇਜ਼ ਧਾਰਾ ਸੀ, ਉਹ ਧਾਰਾ ਵਿੱਚੋਂ ਬਾਨਰ ਸੈਲ ਬਾਂਦਰਾਂ ਅਤੇ ਸੈਲ ਪੱਥਰਾਂ ਨੂੰ ਤਾਰਿਓ ਧਾਰ ਦਿੱਤਾ ਸੀ। ਜਾਂ ਇਵੇਂ ਵੀ ਵੇਖ ਮਨਾ, ਜੋ ਬਾਂਦਰ ਸਨ, ਸੈਲ ਪੱਥਰ ਸਨ, ਉਹਨਾਂ ਸੋ ਕਹੀਏ ਉਹਨਾਂ ਨੂੰ ਹੀ ਤਾਰਿਆ। ਕਿਹਨਾਂ ਨੇ? ਜੋ ਰਾਘਵਾਂ ਦੀ ਕੁਲ ਦੇ ਸ੍ਰੇਸ਼ਟ ਸੂਰਬੀਰ ਸ਼੍ਰੀ ਰਾਮਚੰਦਰ ਭਗਵਾਨ ਹਨ, ਉਹਨਾਂ ਨੇ ਤਾਰਿਆ। ਕਾਹਦੇ ਉੱਪਰੋਂ? ਸਾਗਰ, ਸਮੁੰਦਰ ਦੀ ਜਿਹੜੀ ਤੇਜ਼ ਜਲਦੀ ਧਾਰਾ ਸੀ, ਉਸ ਵਿੱਚੋਂ ਪੱਥਰ ਵੀ ਤਾਰ ਦਿੱਤੇ ਅਤੇ ਬਾਂਦਰ ਵੀ ਤਾਰ ਦਿੱਤੇ। ਸਾਗਰ ਜੋ ਸੰਸਾਰ ਸਮੁੰਦਰ ਹੈ, ਇਸ ਦੀ ਜੋ ਤੇਜ਼ ਧਾਰਾ ਆਸਾ ਤ੍ਰਿਸ਼ਨਾ ਦੀ, ਇਸ ਤੋਂ ਪਾਰ ਤਾਰਿਆ ਹੈ। ਤਿਉਂ ਹਮਕੋ ਨਹਿ ਤਾਰਹੁ, ਏ ਪ੍ਰਭੂ, ਤਿਉਂ ਕਹੀਏ ਤਿਵੇਂ ਤੁਸੀਂ ਹਮਕੋ ਸਾਨੂੰ, ਕੋ ਹਮ ਦਾ ਅਰਥ ਸਾਨੂੰ, ਤਿਉਂ ਦਾ ਅਰਥ ਤਿਵੇਂ ਸਾਨੂੰ, ਕੋ ਦਾ ਅਰਥ ਕਿਉਂ ਨਹੀਂ ਇਸ ਸੰਸਾਰ ਸਮੁੰਦਰ ਤੋਂ ਮਹਾਰਾਜ ਤਾਰ ਦਾ ਅਰਥ ਪਾਰ ਕਰ ਰਹੇ ਹੋ। ਮਨ ਮੈਂ ਕੌਣ ਵਿਚਾਰ, ਤੁਹਾਡੇ ਮਨ ਦੇ ਵਿੱਚ ਕੌਣ ਕਿਹੜੀ ਵਿਚਾਰ ਆਈ ਹੋਈ ਹੈ ਜਿਹੜਾ ਸਾਨੂੰ ਨਹੀਂ ਤਾਰਦੇ। ਮਹਾਰਾਜ ਤੁਸਾਂ ਨੇ ਤੇ ਸਾਗਰ ਦੀ ਧਾਰਾ ਤੋਂ ਬਾਂਦਰ ਪੱਥਰਾਂ ਨੂੰ ਵੀ ਤਾਰਿਆ ਹੈ। ਜਿਵੇਂ ਬਾਂਦਰ ਪੱਥਰ ਤਾਰੇ, ਤਿਵੇਂ ਹਮਕੋ ਸਾਨੂੰ ਮਹਾਰਾਜ ਕਿਉਂ ਨਹੀਂ ਤੁਸੀਂ ਪਾਰ ਕਰਦੇ ਹੋ। ਮਨ ਮੇਂ ਕੌਣ ਵਿਚਾਰ, ਮਨ ਮੇਂ ਕਿਹੜੀ ਵਿਚਾਰ ਹੈ। ਅਰਥ ਵਾਸਤੇ ਇਵੇਂ ਵੀ ਲੱਗਦਾ ਵੀ ਜਿਸ ਰਾਮਚੰਦਰ ਭਗਵਾਨ ਨੇ ਬਾਂਦਰ ਸੈਨਾ ਨੂੰ ਤੇ ਜਿਹੜਾ ਹੈ ਪੱਥਰਾਂ ਨੂੰ ਤਾਰਿਆ ਹੈ, ਬਾਨਰ ਸੈਲ, ਜਿੱਥੇ ਸੈਲ ਉੱਥੇ ਸੈਨ ਪਾਠ ਵੀ ਹੈ ਦੂਸਰਾ, ਕਿ ਬਾਨਰ ਸੈਲ, ਬਾਂਦਰਾਂ ਦੀ ਸੈਨਾ ਨੂੰ ਜਿਸ ਨੇ ਤਾਰਿਆ ਹੈ, ਜੋ ਜਾਨਵਰ ਸਨ। ਤਿਉਂ ਹਮਕੋ ਨਹਿ ਤਾਰਹੁ, ਮਹਾਰਾਜ ਤਿਵੇਂ ਹਮਕੋ ਸਾਨੂੰ ਕਿਉਂ ਨਹੀਂ ਤੁਸੀਂ ਤਾਰਦੇ ਹੋ। ਮਨ ਦੇ ਵਿੱਚ ਕਿਹੜੀ ਵਿਚਾਰ ਹੈ, ਕਿਹੜੀ ਵਿਚਾਰ ਵਿੱਚ ਤਾਰਨਾ ਨਹੀਂ ਹੈ। ਇਵੇਂ ਵੀ ਤਿਵੇਂ ਹਮਕੋ ਨਹਿ ਤਾਰਹੁ, ਮਹਾਰਾਜ ਜਿਵੇਂ ਤੁਸਾਂ ਨੇ ਬਾਂਦਰਾਂ ਨੂੰ ਤਾਰਿਆ ਹੈ, ਤਿਵੇਂ ਸਾਨੂੰ ਵੀ ਤੁਸੀਂ ਤਾਰ ਸਕਦੇ ਹੋ। ਮਨ ਮੇਂ ਕੌਣ ਵਿਚਾਰ ਹੈ ਜੀਵ, ਮਨ ਵਿੱਚ ਤੇਰੇ ਕਿਹੜੀ ਵਿਚਾਰ ਹੈ ਵੀ ਸਾਨੂੰ ਨਹੀਂ ਤਵੇਂ ਤਾਰ ਸਕਦੇ। ਭਾਵ ਜ਼ਰੂਰ ਤਾਰ ਸਕਦੇ ਹਨ। ਸਵਈਆ ਸੈਲ ਕਪੀਸਰ ਪਾਰ ਪਰੇ, ਵੇਖੋ ਪੱਥਰ ਤੇ ਸੈਲ, ਜਿਹੜੇ ਪੱਥਰ ਤੇ ਕਪੀਸਰ, ਕਪਨਾ ਬਾਂਦਰ ਦਾ, ਜੋ ਬਾਂਦਰ ਦਾ ਈਸ਼ਰ ਹੈ। ਉਹ ਕੀ ਹੈ? ਬਾਂਦਰਾਂ ਦਾ ਈਸ਼ਰ ਦੇਵਤਾ ਭਾਵ ਹਨੂੰਮਾਨ। ਸੈ ਪੱਥਰ ਤੇ ਬਾਂਦਰਾਂ ਦੇ ਈਸ਼ਰ ਹਨੂੰਮਾਨ ਸਾਰੇ ਹੀ ਸਵੇਤ ਸਮੁੰਦਰ ਤੋਂ ਪਾਰ ਪਰੇ, ਸਮੇਤ ਸਮੁੰਦਰ ਤੋਂ ਪਾਰ ਹੋ ਗਏ ਸਨ, ਪਾਰ ਪਰੇ ਸਨ। ਇੰਝ ਵੀ ਅਰਥ ਲੱਗਦਾ ਵੀ ਵੇਖੋ ਪੱਥਰ ਤੇ ਕਪੀਸਰ ਜੋ ਇਕੱਲਾ ਹਨੂੰਮਾਨ ਸੀ, ਉਹ ਭਗਵਾਨ ਰਾਮਚੰਦਰ ਦੀ ਕਿਰਪਾ ਨਾਲ ਪਾਰ ਪਰੇ, ਪਾਰ ਸਮੁੰਦਰ ਤੋਂ ਹੋ ਗਿਆ ਸੀ। ਇਹ ਭਾਂਤ ਸੁਣਿਓ ਹਰ ਜੀ ਬਲ ਤੋਰਾ, ਹੇ ਹਰ ਜੀ, ਹੇ ਪ੍ਰਭੂ ਜੀ ਰਾਮਚੰਦਰ ਭਗਵਾਨ ਜੀ, ਮੈਂ ਇਹ ਭਾਂਤ, ਇਸ ਭਾਂਤ ਤਰੀਕੇ ਦਾ ਤੋਰਾ ਜੋ ਤੁਹਾਡਾ ਬਲ ਹੈ, ਉਹ ਸੁਣਿਆ ਹੈ ਕਿ ਇੰਨੇ ਤੁਸੀਂ ਬਲੀ ਹੋ ਕੇ ਮਨੁੱਖਾਂ ਦੀ ਤਾਂ ਕੀ ਗੱਲ ਹੈ, ਤੁਸੀਂ ਤਾਂ ਪੱਥਰਾਂ ਅਤੇ ਬਾਂਦਰਾਂ ਨੂੰ ਵੀ ਤਾਰ ਦਿੱਤਾ ਸੀ। ਇਹ ਸਿਫਤ ਕਰ ਰਹੇ ਹੈ। ਮਨ ਚੰਚਲ ਬਾਨਰ ਸੋਂ, ਉਧਰ ਤੇ ਪ੍ਰਤੱਖ ਬਾਂਦਰ, ਹੇ ਪ੍ਰਭੂ ਜੀ ਫਿਰ ਮੈਨੂੰ ਵੀ ਪਾਰ ਕਰੋ, ਕਿਉਂਕਿ ਜਿਹੜਾ ਮੇਰਾ ਮਨ ਹੈ ਉਹ ਵੀ ਬਾਨਰ ਹੀ ਹੈ, ਬਾਂਦਰ ਹੀ ਹੈ। ਬਾਂਦਰ ਵਾਂਗ, ਸੋਂ ਦਾ ਅਰਥ ਵਾਂਗ, ਬਾਂਦਰ ਵਾਂਗ ਹੀ ਮੇਰਾ
ਮੇਰਾ ਮਨ ਜਿਹੜਾ ਹੈ ਉਹ ਬੜਾ ਚੰਚਲ ਹੈ। ਸਿੱਧਾ ਅਰਥ ਵੀ ਮੇਰਾ ਮਨ ਵੀ ਮਹਾਰਾਜ ਬਾਂਦਰ ਹੀ ਹੈ, ਜਾਂ ਬਾਂਦਰ ਸੋ ਵੀ ਬਾਂਦਰਾਂ ਵਾਂਗ ਮੇਰਾ ਮਨ ਹੀ ਬੜਾ ਚੰਚਲ ਹੈ। ਇਹ ਮਨ ਚੰਚਲਾ ਚਤਰਾਈ ਕਿੰਨਾ ਪਾਇਆ। ਕਬੀਰ ਮਨ ਪੌਂਖੀ ਪਏ ਉੱਡ ਉੱਡ ਦੈਸ ਜਾਏ, ਉੱਡ ਉੱਡ ਕੇ ਟਪੂਸੀਆਂ ਮਾਰਦਾ। ਹੇ ਪ੍ਰਭੂ ਜੀ, ਮੇਰਾ ਮਨ ਵੀ ਬਾਂਦਰ ਵਾਂਗ ਬੜਾ ਚੰਚਲ ਹੈ। ਹਰ ਸੈਲ ਸਮਾਨ ਸੋ ਚਿੱਤ ਕਠੋਰਾ। ਅਤੇ ਜੋ ਸੈਲ ਪੱਥਰ ਹਨ, ਉਹ ਪੱਥਰਾਂ ਦੇ ਸਮਾਨ ਤੁਲ ਮੇਰਾ ਜਿਹੜਾ ਚੀਤ ਚਿੱਤ ਹੈ ਉਹ ਵੀ ਬੜਾ ਕਠੋਰ ਸਖਤ ਕਰੜਾ ਹੈ। ਭਾਵ ਕਿ ਸ਼ਰਧਾ ਪ੍ਰੇਮ ਤੇ ਬਚਨਾਂ ਨਾਲ ਭਿੱਜਦਾ ਹੀ ਨਹੀਂ ਹੈ। ਇਹਦੇ ਚਿੱਤ ਇੰਨਾ ਕਠੋਰ ਹੈ, ਕੋਈ ਹਿਸਾਬ ਹੀ ਨਹੀਂ। ਮਨ ਵੀ ਚੰਚਲ ਬਾਂਦਰ ਵਾਂਗ, ਅਤੇ ਜਿਹੜਾ ਚਿੱਤ ਹੈ ਉਹ ਚਿੱਤ ਮੇਰਾ ਵੀ ਹੇ ਭਗਵਾਨ ਜੀ ਸੈਲ ਸਮਾਨ ਪੱਥਰਾਂ ਵਾਂਗ ਕਠੋਰ ਸਖਤਾ ਕਰੜਾ। ਭਾਵ ਸ਼ਰਧਾ ਭਾਵਨਾ ਨਾਲ ਤੇ ਭੇਜਦਾ ਹੀ ਨਹੀਂ, ਇਹਨੂੰ ਅਸਰ ਹੀ ਨਹੀਂ ਹੁੰਦਾ ਹੈ। ਨਾਹੀਂ ਕਰੀ ਤਪਸਾ ਤੁਮਰੇ ਬਲ। ਹੇ ਪ੍ਰਭੂ, ਮੈਂ ਤੁਮਰੇ ਬਲ ਤੇਰੇ ਜੋਰ ਭਾਵ ਆਸਰੇ ਹੋ ਕੇ ਤੇਰੀ ਪ੍ਰਾਪਤੀ ਲਈ ਤਪਸਾ ਨਾ ਹੈ ਕਰੀ ਤਪਸਾ, ਕੋਈ ਵੀ ਤਪੱਸਿਆ ਨਹੀਂ ਕੀਤੀ, ਅਥਵਾ ਨਾ ਹੀ ਹੁਣ ਤਪੱਸਿਆ ਕਰਨ ਦਾ ਸਮਾਂ ਹੀ ਹੈ ਮੇਰੇ ਕੋਲ। ਅਵਸਰ ਬੈਨ ਸੁਣੋ ਪ੍ਰਭ ਮੇਰਾ, ਸਦਾ ਅਰਥਾਂ ਦਾ ਸਮਾਂ ਉਦੋਂ ਨੇ ਅਰਥ ਲੈ ਲੈਣਾ ਵੀ ਨਾ ਹੀ ਹੁਣ ਤਪੱਸਿਆ ਕਰਨ ਦਾ ਸਮਾਂ ਹੈ, ਅਤੇ ਨਾ ਹੀ ਮਹਾਰਾਜ ਤੁਹਾਨੂੰ ਮਿਲਣ ਲਈ ਪਹਿਲੇ ਯੁੱਗਾਂ ਵਰਗਾ ਸਰੀਰ ਵਿੱਚ ਕੋਈ ਬਲ ਹੈ। ਇਸ ਲਈ ਹੇ ਪ੍ਰਭੂ, ਅਵਸਰ ਬਹਿਨ ਸੁਣੋ ਪ੍ਰਭ ਮੋਰਾ। ਇਸ ਅਵਸਰ ਗਈਏ ਸਮੇਂ ਦੇ ਵਿੱਚ, ਕਲਯੁੱਗ ਦੇ ਸਮੇਂ ਵਿੱਚ ਮੋਰਾ ਪ੍ਰਭੂ ਮੋਰਾ। ਹੇ ਪ੍ਰਭੂ ਜੀ, ਮੇਰਾ ਜਿਹੜਾ ਇੱਕ ਬੇਨਤੀ ਦਾ ਬੈਨ ਬਚਨ ਹੈ ਉਹ ਸੁਣਨਾ ਕਰੋ। ਨਾ ਹੀ ਕਰੀ ਤਪਸਾ ਤੁਮਰੇ ਬਲ। ਤੁਹਾਡੇ ਬਲ ਭਾਵ ਤੁਹਾਡੇ ਜ਼ੋਰ ਨਾਲ, ਤੁਹਾਡੇ ਆਸਰੇ ਹੋ ਕੇ ਤੁਹਾਡੀ ਪ੍ਰਾਪਤੀ ਲਈ ਮੈਂ ਕੋਈ ਤਪੱਸਿਆ ਨਹੀਂ ਕੀਤੀ। ਹੇ ਪ੍ਰਮਾਤਮਾ, ਅਤੇ ਤੁਮਰੇ ਬਲ, ਅਤੇ ਤੁਹਾਡੇ ਬਲ ਨਾਲ ਕੋਈ ਤਪੱਸਿਆ ਨਹੀਂ ਕੀਤੀ। ਅਤੇ ਅਵਸਰ ਕਹੀਏ ਨਾ ਹੀ ਹੁਣ ਮਹਾਰਾਜ ਉਹ ਸਮਾਂ ਹੈ ਤੁਹਾਨੂੰ ਮਿਲਦਾ। ਕਾਜ ਦਾ ਪਹਿਲੇ ਯੁੱਗ ਸੀ, ਸਤਿਯੁਗ ਤ੍ਰੇਤਾ ਦੁਆਪਰ, ਉਮਰ ਬੜੀ ਵੱਡੀ ਸੀ। ਉਹ ਵੀ ਮਹਾਰਾਜ ਉਹ ਸਮੇਂ ਵਾਲਾ ਹੁਣ ਬਲ ਵੀ ਨਹੀਂ ਹੈਗਾ। ਇਸ ਕਰਕੇ ਪ੍ਰਭੂ ਜੀ, ਮੋਰਾ ਕਹੀਏ ਮੇਰਾ ਇੱਕ ਜਿਹੜਾ ਹੈ ਨਾ ਅਵਸਰ ਕਹੀਏ ਇਸ ਸਮੇਂ ਦੇ ਵਿੱਚ ਬੈਨ ਸੁਣੋ, ਬਚਨ ਸੁਣੋ, ਮੇਰਾ ਬਚਨ ਸੁਣਨਾ ਕਰੋ। ਨਾਥ ਭੋਲੇ ਬਲਵਾਨ ਹੋਤੇ। ਹੇ ਮੇਰੇ ਨਾਥ ਮਾਲਕ ਪ੍ਰਭੂ ਜੀ, ਪਹਿਲੇ ਯੁੱਗਾਂ ਦੇ ਭਗਤਾਂ ਦੇ ਉਧਾਰ ਕਰਨ ਵਾਲੀਆਂ ਕਥਾਵਾਂ ਤੋਂ ਪਤਾ ਚੱਲਦਾ ਹੈ ਕਿ ਤੁਸੀਂ ਪਹਿਲਾਂ ਭਲੇ ਬਹੁਤ ਜ਼ਿਆਦਾ ਹੀ ਬਲਵਾਨ ਤਾਕਤਵਰ ਹੋਤੇ ਕਈ ਹੁੰਦੇ ਸੀ। ਮੈਂ ਪਹਿਲੀਆਂ ਕਥਾ ਸੁਣਦਾ ਵੀ ਗਣਕਾ ਤਰੀ ਹੈ, ਜਾਮਲ ਦਰਿਆ ਹੈ, ਪੂਤਨਾ ਤਰੀ ਹੈ। ਇਸ ਤਰ੍ਹਾਂ ਇਹ ਮਾਲਕ ਜੀ ਪਹਿਲੇ ਕਥਾ ਸੁਣ ਕਰਕੇ ਐਵੇਂ ਪਤਾ ਚੱਲਦਾ ਵੀ ਤੁਸੀਂ ਬਹੁਤ ਚੰਗੇ ਭਲੇ ਦਰਦ ਚੰਗੇ ਤਗੜੇ ਬਲਵਾਨ ਬਲ ਵਾਲੇ ਤਾਕਤਵਰ ਹੋਤੇ ਹੁੰਦੇ ਸੀ। ਮਮਦਾਸ ਕੀ ਬੇਰ ਭਇਓ ਬਲ ਥੋਰਾ। ਪਰ ਹੁਣ ਮਮਦਾਸ ਕੀ ਮਹਾਰਾਜ ਮੇਰੇ ਦਾਸ ਦੀ ਬੇਰ ਵਾਰੀ ਕੀ ਤੁਹਾਡਾ ਬਲ ਜਿਹੜਾ ਥੋੜਾ ਭਇਓ ਹੋ ਗਿਆ ਹੈ। ਇਹ ਮਹਾਰਾਜ ਪਹਿਲਾਂ ਤੁਸੀਂ ਬੜੇ ਬਲਵਾਨ ਸੁਣੇ ਜਾਂਦੇ, ਵੱਡੇ ਵੱਡੇ ਤਾਰ ਦਿੱਤੇ ਆ ਕਿ ਮਮਦਾਸ ਕੀ ਬੇਰ, ਮੇਰੇ ਦਾਸ ਦੀ ਵਾਰੀ ਕੀ ਤੁਹਾਡਾ ਬਲ ਥੋੜ੍ਹਾ ਹੋ ਗਿਆ। ਇਹ ਪੰਡਿਤ ਮਹਾਰਾਜ ਕਹਿ ਰਹੇ ਹੈ। ਹੁਣ ਅਗਲੇ ਸਵਈਏ ਵਿੱਚ ਪੰਡਿਤ ਗੁਲਾਬ ਸਿੰਘ ਜੀ ਪ੍ਰੇਮ ਦੇ ਭਰੇ ਹੋਏ ਬਚਨਾਂ ਨਾਲ ਪ੍ਰਭੂ ਦੇ ਤਾਈਂ ਗਿਲਾ ਸ਼ਿਕਵਾ ਕਰਦੇ। ਕਹਿੰਦੇ ਹੈ ਕਿ ਪ੍ਰਭੂ, ਮੈਨੂੰ ਲੱਗਦਾ ਕਿ ਹੁਣ ਤੁਸੀਂ ਵੀ ਜਿਹੜਾ ਨਾ ਲਾਲਚੀ ਹੋ ਗਏ ਹੋ, ਇਸੇ ਕਰਕੇ ਤੁਸੀਂ ਮਹਾਰਾਜ ਮੇਰੀ ਨਹੀਂ ਕਲਿਆਣ ਕਰਦੇ। ਤੁਸੀਂ ਜੋ ਵੀ ਕਰਦੇ ਲੱਗਦਾ ਵੀ ਮੁੱਲ ਲੈ ਕੇ ਕਰਦੇ ਹੋ।
ਪ੍ਰੇਮ ਦੇ ਵਿੱਚ ਆ ਕੇ ਬਚਨ ਕਹਿੰਦੇ ਆ, ਬੜੇ ਸੋਹਣੇ ਬਚਨ ਹਨ। ਸਵਈਆ ਗਹਿ ਤੰਦਲ ਬਾਮਨ ਕੇ ਕਰ ਮੈਂ। ਉਹ ਕਿਉਂ ਕਹਿੰਦੇ? ਕਿਉਂਕਿ ਜਿਸ ਵੇਲੇ ਗਰੀਬ ਜਿਹੜਾ ਬਾਹਮਣ ਦੀ ਸੁਦਾਮਾ ਸੀ, ਉਹ ਤੁਹਾਡੇ ਕੋਲ ਗਿਆ, ਹੇ ਭਗਵਾਨ ਜੀ, ਜਿਸ ਵੇਲੇ ਗਰੀਬ ਬਾਹਮਣ ਤੁਹਾਡੇ ਕੋਲ ਗਿਆ ਸੀ, ਤਦੋਂ ਪਹਿਲਾਂ ਉਹਦੇ ਉਸ ਬ੍ਰਾਹਮਣ ਦੇ ਘਰ ਮੈਂ ਹੱਥ ਦੇ ਵਿੱਚ ਤੰਦਲ ਜਿਹੜੇ ਚੌਲ ਸਨ, ਤੇ ਉਹ ਤੁਸਾਂ ਨੇ ਗਹਿ ਕਹੀਏ ਪਕੜ ਲਏ। ਬਾਹਮਣ ਗਰੀਬ ਸੁਦਾਮਾ ਗਿਆ ਤੇ ਉਹਦੀ ਘਰਵਾਲੀ ਨੇ ਭੇਟਾ ਵਜੋਂ ਵੀ ਮੇਰੇ ਵੱਲੋਂ ਕ੍ਰਿਸ਼ਨ ਭਗਵਾਨ ਨੂੰ ਭੇਟਾ ਦੇਣੀ, ਤੇ ਉਸ ਬਾਹਮਣ ਸੁਦਾਮੇ ਦੇ ਹੱਥ ਵਿੱਚ ਤੰਦਲ ਚੌਲ ਸਨ, ਤੇ ਉਹ ਚੌਲਾਂ ਨੂੰ ਤੁਸਾਂ ਨੇ ਵੇਖ ਲਿਆ। ਉਹ ਚੌਲਾਂ ਨੂੰ ਵੇਖ ਕੇ ਤੇ ਗਹਿ ਕਹੀਏ ਗ੍ਰਹਿਣ ਕਰ ਲਿਆ ਪਕੜ ਕਰਕੇ। ਤਬ ਆਪ ਦੁਤਾਹੀ ਦੂਰ ਨਵਾਰੀ, ਤੇ ਉਹ ਚੌਲ ਪਕੜ ਲਏ ਤੇ ਚੌਲ ਛਕੇ। ਜਦੋਂ ਚਾਰ ਪਦਾਰਥ ਦੇ ਦੇਣਾ ਬਾਰ, ਕਹਿ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇ ਦੇਣਾ ਬਾਰ। ਤੇ ਸੁਦਾਮੇ ਭਗਤ ਦੀ ਚੌਲਾਂ ਦੇ ਫੱਕੇ ਮਾਰ ਕੇ ਤਬ ਤਦੋਂ ਜਿਹੜੀ ਆਪਦ ਵਿਪਤਾ ਸੀ, ਤਾਹੇ ਕੀ ਸੁਦਾਮੇ ਦੀ, ਉਸ ਸੁਦਾਮੇ ਦੀ ਦੂਰ ਨਿਵਾਰੀ। ਮਹਾਰਾਜ ਤੁਸਾਂ ਨੇ ਦੂਰ ਨਿਵਾਰੀ ਮੇਟ ਦਿੱਤੀ ਸੀ। ਉਹ ਆਪਦ ਵਿਪਤਾ ਕੀ ਸੀ? ਗਰੀਬੀ, ਦਲਿਦਰੀ। ਤਦੋਂ ਆਪ ਜੀ ਨੇ ਜਿਹੜੀ ਆਪਦ ਗਰੀਬੀ ਦਲਿਦਰੀ ਸੀ, ਦੀਨਤਾਈ ਸੀ, ਤਾਹੇ ਕੀ ਕਹੀਏ ਸੁਦਾਮੇ ਜੀ ਦੀ, ਉਹ ਤੁਸਾਂ ਨੇ ਦੂਰ ਨਿਵਰਤ ਕਰ ਦਿੱਤੀ ਸੀ। ਸਭ ਕੁਝ ਹੀ ਦੇ ਦਿੱਤਾ ਸੀ, ਚਾਰ ਪਦਾਰਥ ਹੀ ਬਖਸ਼ਿਸ਼ ਕਰ ਦਿੱਤੇ ਸਨ, ਤੇ ਮਗਰੋਂ ਮਹਿਲ ਵੀ ਸਾਰੇ ਗਏ ਸੀ। ਸੁਦਾਮਾ ਭਗਤ ਜਦੋਂ ਵਾਪਸ ਆ ਕੇ ਵੇਖਿਆ ਤੇ ਮਹਿਲ ਬਣੇ ਹੋਏ ਹੈ। ਵਾਪਸ ਮੁੜ ਗਏ। ਪੁੱਤਰ ਨੇ ਦੇਖਿਆ ਕਿ ਪਿਤਾ ਜੀ ਆਏ ਹੈ, ਆਵਾਜ਼ ਮਾਰੀ, ਨਹੀਂ ਸੁਣਿਆ। ਆਪਣੀ ਮਾਤਾ ਜੀ ਨੂੰ ਦੱਸਿਆ, ਮਾਤਾ ਜੀ ਪਿਤਾ ਜੀ ਵਾਪਸ ਮੁੜ ਗਏ। ਉਸ ਵੇਲੇ ਘਰ ਵਾਲੀ ਭੱਜੀ ਗਈ ਸੀ ਤੇ ਹੱਥ ਜੋੜ ਕੇ ਲਿਆਂਦਾ, ਸਵਾਮੀ ਜੀ ਆਓ ਆਪਣਾ ਘਰ ਹੀ। ਤੇ ਗੁਰਬਾਣੀ ਵਿੱਚ ਆਉਂਦਾ, ਨੌ ਨਿਧ ਠਾਕਰ ਦਈ ਸੁਦਾਮੈ, ਨੌ ਨਿਧੀਆਂ ਚਾਰ ਪਦਾਰਥ ਸੁਦਾਮੇ ਭਗਤ ਨੂੰ ਚੌਲਾਂ ਦੇ ਵੱਟੇ ਦੇ ਦਿੱਤੇ ਸਨ। ਪ੍ਰੇਮ ਵੇਖੇ ਗੋਬਿੰਦ ਭਾਉ ਭਗਤ ਦਾ ਭੁੱਖਾ। ਇੱਥੇ ਪ੍ਰੇਮ ਦੀ ਅਵਸਥਾ ਹੀ ਕਵੀ ਸਾਹਿਬ ਜੀ ਕਹਿ ਰਹੇ ਆ ਵੀ ਵੇਖ ਲਓ ਭਗਵਾਨ ਜੀ, ਮੈਨੂੰ ਤਾਂ ਲੱਗਦਾ ਵੀ ਮੇਰੇ ਵਾਰੀ ਤੁਹਾਡਾ ਬਲ ਥੋੜ੍ਹਾ ਪੈ ਗਿਆ, ਅਤੇ ਜਾਂ ਤੁਸੀਂ ਨਾ ਲਾਲਚੀ ਹੋ ਗਏ ਹੋ। ਪਹਿਲਾ ਪ੍ਰਮਾਣ ਦਿੱਤਾ ਵੀ ਬਾਹਮਣ ਜੋ ਸੁਦਾਮਾ ਸੀ, ਉਹਦੇ ਹੱਥ ਦੇ ਵਿੱਚ ਚੌਲ ਸਨ। ਜਦੋਂ ਤੁਹਾਨੂੰ ਮਿਲਣ ਗਿਆ ਸੀ ਦੁਆਰਕਾ ਨਗਰੀ, ਤੁਸਾਂ ਨੇ ਉਹ ਚੌਲ ਫੜ ਲਏ, ਛਕਣੇ ਕੀਤੇ, ਅਤੇ ਛਕਦਿਆਂ ਤਦੋਂ ਤਾਹੇ ਕਿ ਉਸ ਸੁਦਾਮੇ ਦੀ ਜਿਹੜੀ ਆਪਦ ਵਿਪਤਾ ਗਰੀਬੀ ਸੀ, ਉਹ ਤੁਸਾਂ ਨੇ ਦੂਰ ਮੇਟ ਦਿੱਤੀ ਸੀ। ਗੱਜ ਕੰਜ ਦਏ ਤਬ ਗਰਾਹੇ ਕੱਟੇ। ਜਿਸ ਸਮੇਂ ਹਰੀਹਰ ਖੇਤਰ ਵਿੱਚ ਹਾਥੀ ਪਾਣੀ ਪੀਣ ਲਈ ਆਇਆ, ਜੋ ਦੋਵੇਂ ਗੰਧਰਵ ਸਨ, ਕਿਸੇ ਲੜਾਈ ਝਗੜੇ ਕਰਕੇ ਇਹਨਾਂ ਨੂੰ ਸ਼ਰਾਪ ਮਿਲਿਆ ਸੀ ਈਰਖੀ ਵੱਲੋਂ, ਅਤੇ ਇੱਕ ਦੇ ਬਣ ਗਿਆ ਹਾਥੀ, ਇੱਕ ਬਣ ਗਿਆ ਤੰਦੂਆ ਪਾਣੀ ਵਿੱਚ ਰਹਿਣ ਵਾਲਾ। ਉਹ ਇੱਥੇ ਹੁਣ ਗੱਲ ਕਹਿ ਰਹੇ ਹੈ ਵੀ ਜਿਸ ਸਮੇਂ ਹਰੀਹਰ ਖੇਤਰ ਵਿੱਚ ਹਾਥੀ ਪਾਣੀ ਪੀਣ ਲਈ ਆਇਆ, ਤਦੋਂ ਤੰਦੂਏ ਨੇ ਇਸ ਨੂੰ ਆਪਣੀਆਂ ਤਾਰਾਂ ਵਿੱਚ ਫਸਾ ਕੇ ਹੇਠਾਂ ਪਾਣੀ ਵਿੱਚ ਖਿੱਚ ਲਿਆ ਸੀ। ਜਦੋਂ ਹਾਥੀ ਸਾਰਾ ਪਾਣੀ ਵਿੱਚ ਡੁੱਬ ਚੱਲਿਆ, ਕੇਵਲ ਸੋਂਢੀ ਬਾਹਰ ਰਹਿ ਗਈ ਸੀ, ਤਦੋਂ ਉਸ ਹਾਥੀ ਨੇ ਨਦੀ ਵਿੱਚ ਰੁੜ੍ਹਿਆ ਆਉਂਦਿਆਂ ਵੀ ਹੁਣ ਤਾਂ ਮੇਰਾ ਕੋਈ ਹੱਲ ਹੀ ਨਹੀਂ ਰਹਿ ਗਿਆ। ਸੋਂਢੀ ਬਾਹਰ ਰਹਿ ਗਈ, ਉੱਧਰੋਂ ਕਮਲ ਰੁੜ੍ਹਿਆ ਆਉਂਦਾ ਸੀ। ਉਹ ਕਮਲ ਨੂੰ ਦੀ ਫੁੱਲ ਦੀ ਭੇਟਾ ਆਪਣੀ ਸੁੰਡ ਵਿੱਚ ਉਹਨੇ ਪਕੜ ਲਈ, ਅਤੇ ਉਸ ਭੇਟਾ ਨੂੰ ਅਰਪਣ ਕੀਤਾ, ਆਪਣੀ ਰੱਖਿਆ ਦੀ ਪੁਕਾਰ ਕੀਤੀ। ਉਸ ਹਾਥੀ ਨੇ ਤੇ ਗੱਜ ਕੰਜ ਦਏ ਤਬ ਗਰਾਹੇ ਕੱਟੇ। ਤਬ ਦਾ ਅਰਥ ਤਦੋਂ ਤੁਸੀਂ ਆਪਣਾ, ਹੇ ਮਹਾਰਾਜ ਭਗਵਾਨ ਜੀ, ਸੁਦਰਸ਼ਨ ਚੱਕਰ ਭੇਜ ਕੇ ਉਸ ਗਰਾਹੇ
ਗਰਾਹੀ ਜਿਹੜਾ ਤੰਦੂਆ ਸੀ, ਤੰਦੂਏ ਦੀਆਂ ਸਾਰੀਆਂ ਤਾਰਾਂ ਕੱਟੇ ਕਹੀਏ ਕੱਢ ਦਿੱਤੀਆਂ ਅਤੇ ਉਸ ਹਾਥੀ ਨੂੰ ਬਚਾਇਆ। ਗੱਜ ਕੰਜ ਦੇ ਵੇਖ ਲਓ, ਹਾਥੀ ਨੇ ਕੰਜ ਕਮਲ ਫੁੱਲ ਦਿੱਤਾ ਅਤੇ ਤਦੋਂ ਤੁਸਾਂ ਨੇ ਉਹ ਗਰਾਹੇ ਤੰਦੂਏ ਦੀ ਜਿੰਨੀਆਂ ਤਾਰਾਂ ਸਨ ਕੱਟੇ ਕੱਢ ਦਿੱਤੀਆਂ ਅਤੇ ਹਾਥੀ ਨੂੰ ਬਚਾਇਆ ਸੀ। ਇਹ ਜਿੰਨੀਆਂ ਵੀ ਕਥਾ ਆ ਰਹੀਆਂ ਵਿੱਚ ਪਾਵਰਸ ਅੰਮ੍ਰਿਤ ਵਿੱਚ, ਅਤੇ ਤੱਕ ਸਾਰੀਆਂ ਕਥਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਅੰਕਿਤ ਹਨ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਅੰਕਿਤ ਹਨ। ਉੱਥੇ ਵਿਸਥਾਰ ਨਾਲ ਇਹ ਕਥਾਵਾਂ ਲਿਖੀਆਂ ਹੋਈਆਂ ਟੀਕਿਆਂ ਵਿੱਚ। ਸੰਤ ਅਮੀਰ ਸਿੰਘ ਜੀ ਭੰਡਾਰ ਵਾਲੇ, ਸੱਤੋ ਕੀ ਗਲੀ ਵਾਲਿਆਂ ਦੇ, ਉਹਨਾਂ ਜੋ ਅਮੀਰ ਭੰਡਾਰ ਟੀਕਾ ਲਿਖਿਆ ਉਹਦੇ ਵਿੱਚ ਵੀ ਲਿਖੀਆਂ ਹੋਈਆਂ। ਸੰਤ ਗਿਆਨੀ ਹਰੀ ਸਿੰਘ ਰੰਧਾਵਾ ਮਹਾਂਪੁਰਸ਼, ਉਹਨਾਂ ਨੇ ਟੀਕੇ ਵਿੱਚ ਵੀ ਲਿਖੀਆਂ ਹੋਈਆਂ। ਹੋਰ ਭਗਤ ਮਾਲ ਆਦਿਕ ਵਿੱਚ ਵੀ ਸਾਰੀਆਂ ਕਥਾਵਾਂ ਆਉਂਦੀਆਂ ਹਨ। ਜੇ ਵਿਸਥਾਰ ਨਾਲ ਪੜ੍ਹਨੀਆਂ ਸੁਣਨੀਆਂ ਹੋਣ ਤਾਂ ਉੱਥੇ ਉਹ ਲਿਖੀਆਂ ਹੋਈਆਂ ਹੈ। ਇੱਥੇ ਤਾਂ ਹੁਣ ਜਿੰਨਾ ਕੁ ਸਾਧ ਸੰਗਤ ਜੀ ਉਹ ਵਿਸਥਾਰ ਪਾਵੇ ਅਤੇ ਵਿਦਿਆਰਥੀ ਤੌਰ ਦੇ ਉੱਪਰ ਹੀ ਵਿਸਥਾਰ ਕੀਤਾ ਜਾਂਦਾ ਕਿ ਜੋ ਅੱਖਰਾਂ ਦੇ ਅਰਥ ਕੀਤੇ ਜਾਣ। ਫਿਰ ਵੀ ਜੋ ਟੂਕ ਮਾਤਰ ਵੀ ਕਥਾ ਲੱਗਦੀ ਉਹ ਵੀ ਲਾਈ ਜਾਂਦੀ ਹੈ। ਇਸ ਪ੍ਰਕਾਰ ਨਾਲ ਇੱਥੇ ਕਥਾ ਵਿਚਾਰ ਹੋ ਰਹੀ ਹੈ। ਨਹੀਂ ਤਾਂ ਵਿਸਥਾਰ ਕਰਦਿਆਂ ਤਾਂ ਬਹੁਤ ਇਹਨਾਂ ਤੁਕਾਂ ਦੇ ਵਿਸਥਾਰ ਹੋ ਸਕਦੇ ਹੈ। ਗੱਜ ਕੰਜ ਦਏ ਤਬ ਗਰਾਹੇ ਕੱਟੇ, ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਹੈ, ਗਰਜੋ ਹੋ ਸਹਾਏ। ਮਹਾਰਾਜ ਕਹੋ ਨਾਨਕ ਬੋਟ ਹਰ ਗਰਜੋ ਹੋ ਸਹਾਏ। ਨਾਹੀਂ ਕਛ ਵਿਦਿਆ ਨਾਹੀਂ ਕਛ ਗੁਣ, ਕੌਣ ਧਰਮ ਗਜ ਕੀਨਾ। ਗੁਰਬਾਣੀ ਵਿੱਚ ਬਚਨ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਬਦਾਂ ਵਿੱਚ ਤਕਰੀਬਨ ਹਾਥੀ ਦੇ ਸੰਬੰਧ ਵਿੱਚ ਆਉਂਦਾ ਹੀ ਆਉਂਦਾ ਹੈ। ਕਈ ਇਹਨਾਂ ਕਥਾਵਾਂ ਨੂੰ ਪੁਰਾਣ ਕਥਾ ਕਹਿ ਕੇ ਮਿੱਥਿਆ ਕਹਿ ਦਿੰਦੇ ਹੈ। ਉਹਦੇ ਨਾਲ ਗੁਰੂ ਸਾਹਿਬ ਜੀ ਦੇ ਬਚਨ ਦੇ ਮਿੱਥਿਆ ਫਿਰ ਕਥਨ ਕਰਨਾ ਯੋਗ ਹੈ ਵੀ ਮਹਾਰਾਜ ਦੇ ਫਿਰ ਬਚਨ ਮਿੱਥਿਆ ਆ ਗਏ। ਇਹ ਅਣਜਾਣ ਮੂਰਖ ਲੋਕ ਹਨ ਜਿਹੜੇ ਐਸੀਆਂ ਕਥਾਵਾਂ ਨੂੰ ਮਿੱਥਿਆ ਕਹਿੰਦੇ। ਮਿੱਥਿਆ ਕੋਈ ਨਹੀਂ ਅਤੇ ਬਿਲਕੁਲ 16 ਆਨੇ ਸੱਚ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਭ ਕੁਝ ਅੰਕਿਤ ਕੀਤਾ ਹੋਇਆ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਸਭ ਕੁਝ ਅੰਕਿਤ ਕੀਤਾ ਹੋਇਆ। ਫਿਰ ਮਿੱਥਿਆ ਕਹਿਣ ਦਾ ਤਾਂ ਕੋਈ ਮਕਸਦ ਹੀ ਨਹੀਂ ਹੈ ਵੀ ਮਿੱਥਿਆ ਕਹਿਣਾ। ਸੋ ਰਹੋ ਵਿਚਾਰ। ਗੱਜ ਕੰਜ ਦਏ ਤਬ ਗਰਾਹੇ ਕੱਟੇ, ਗੱਜ ਹਾਥੀ ਨੇ ਕੰਜ ਕਮਲ ਫੁੱਲ ਦੇ ਦਿੱਤਾ। ਪਰਮੇਸ਼ਰ ਨੂੰ ਭੇਟਾ ਕੀਤਾ ਡੁੱਬਦਿਆਂ ਕਮਲ ਦਾ ਫੁੱਲ। ਤਬ ਗਰਾਹੇ ਕੱਟੇ, ਤਦੋਂ ਹੇ ਭਗਵਾਨ ਜੀ ਤੁਸਾਂ ਨੇ ਸੁਦਰਸ਼ਨ ਚੱਕਰ ਚਲਾ ਕੇ ਗਰਾਹੇ ਜਿਹੜਾ ਤੰਦੂਏ ਦੀਆਂ ਤਾਰਾਂ ਸਨ ਹਾਥੀ ਦੇ ਚਰਨਾਂ ਪੈਰਾਂ ਨੂੰ ਪਈਆਂ ਹੋਈਆਂ ਉਹ ਕੱਟੀਆਂ ਅਤੇ ਹਾਥੀ ਨੂੰ ਬਚਾਇਆ ਸੀ। ਫਲ ਖਾਏ ਕੇ ਭੀਲ ਸੁਤਾ ਸੋ ਉਦਾਰੀ। ਜੇ ਤੁਸੀਂ ਜੋ ਭੀਲਾਂ ਦੀ ਪੁੱਤਰੀ ਭੀਲਣੀ ਮਾਤਾ ਸੀ, ਜਦੋਂ ਮਹਾਰਾਜ ਤੁਸੀਂ ਉਸ ਕੋਲ ਗਏ ਪੰਪਾਸਰ ਨਦੀ ਦੇ ਨੇੜੇ ਅਤੇ ਤੁਹਾਨੂੰ ਰਾਮ ਰੂਪ ਵਿੱਚ ਉਸ ਨੇ ਫਲ ਅਰਪਣ ਕੀਤੇ। ਜੋ ਰਾਮ ਚੰਦਰ ਭਗਵਾਨ ਬਨਵਾਸ ਕੱਟਦਿਆਂ ਪਹੁੰਚੇ ਇੱਥੇ ਜਿੱਥੇ ਮਤੰਗ ਰਿਸ਼ੀ ਦੇ ਚੇਲੇ ਬਹੁਤ ਰਹਿੰਦੇ ਸੀ, ਆਪਣੀ ਕੁਟੀਆਂ ਸਵਾਰ ਰਹੇ ਸਨ ਵੀ ਇੱਥੇ ਆਏ ਜੇ ਰਾਮ ਚੰਦਰ ਭਗਵਾਨ। ਕੋਈ ਕਹਿੰਦਾ ਮੇਰੀ ਕੁਟੀਆ ਜਾਣਗੇ, ਪਰ ਭਗਵਾਨ ਰਾਮ ਚੰਦਰ ਮਾਤਾ ਭੀਲਣੀ ਦੇ ਘਰ ਗਏ ਅਤੇ ਉੱਥੇ ਜਾ ਕੇ ਹੀ ਜਿਹੜਾ ਹੈ ਚਰਨ ਪਾਏ ਮਾਤਾ ਭੀਲਣੀ ਦੀ ਕੁਟੀਆ ਵਿੱਚ, ਜੋ ਸੇਵਾ ਵੀ ਬੜੀ ਕਰਦੀ ਸੀ ਸੰਤਾਂ ਦੀ, ਪਰ ਇਹਨਾਂ ਨੇ ਕਈ ਵਾਰ ਮਾਤਾ ਨੂੰ ਕੁੱਟਿਆ। ਇਹ ਵੀ ਸਾਖੀ ਸ੍ਰੀ ਜਪਜੀ ਸਾਹਿਬ ਵਿੱਚ ਹੀ ਆ ਜਾਂਦੀ ਹੈ। ਉੱਥੇ ਵਿਸਥਾਰ ਨਾਲ ਲਿਖੀ ਹੋਈ ਸਾਖੀ। ਇੰਨੀ ਇੱਥੇ ਵਿਚਾਰ ਵੀ ਫਲ ਖਾਏ ਕੇ ਅਤੇ ਮਾਤਾ ਭੀਲਣੀ ਜੀ ਨੇ ਉਸ ਵੇਲੇ ਫਲ ਅਰਪਣ ਕੀਤੇ ਸਨ। ਬੇਰ ਸ਼੍ਰੀ ਰਾਮ ਚੰਦਰ ਭਗਵਾਨ ਨੂੰ ਵੀ ਮਹਾਰਾਜ ਮੇਰੀ ਗਰੀਬਣੀ ਕੋਈ ਇਹ ਕੁਝ ਹੈ। ਭੀਲ ਸੁਤਾ ਜਿਹੜੀ ਭੀਲਣਾ ਨੀਵੀਂ ਜਾਤ ਦੇ ਭੀਲ ਸਨ, ਉਹਨਾਂ ਭੀਲਾਂ ਦੀ ਸੁਤਾ ਜੋ ਭੀਲਣੀ ਮਾਤਾ ਸੀ ਕਰਕੇ ਨਾਮ, ਉਸ ਨੇ ਆਪ ਜੀ ਨੂੰ ਫਲ ਭੇਟਾ ਕੀਤੇ। ਉਹ ਫਲ ਖਾਏ ਕੇ ਉਹ ਫਲ ਖਾ ਕੇ ਮਹਾਰਾਜ ਤੁਸਾਂ ਨੇ ਉਧਾਰੀ
ਮਾਤਾ ਭੀਲਣੀ ਨੂੰ ਆਧਾਰ ਸੰਸਾਰ ਤੋਂ ਤਾਰਨਾ ਕੀਤਾ ਸੀ। ਉਧਾਰੀ ਕਹੀਏ ਤਾਰਨਾ ਕੀਤਾ ਸੀ ਅਤੇ ਮਾਤਾ ਨੂੰ ਵੱਡੀ ਵਡਿਆਈ ਵੀ ਬਖਸ਼ੀ। ਜੋ ਮਤੰਗ ਰਿਖੀ ਦੇ ਚੇਲੇ ਮਾਤਾ ਨੂੰ ਕੁੱਟਦੇ ਸਨ ਵੀ ਸਾਡੇ ਰਸਤੇ ਵਿੱਚ ਝਾੜੂ ਨਹੀਂ ਦੇਣਾ ਹੈ, ਲੱਕੜਾਂ ਨਹੀਂ ਇੱਥੇ ਸੁੱਟਣੀਆਂ, ਅਤੇ ਉਹਨਾਂ ਦੇ ਸਰੋਵਰ ਵਿੱਚ ਕੀੜੇ ਪੈ ਗਏ ਸਨ। ਫਿਰ ਉਹਨਾਂ ਦੇ ਜਪ ਤਪ ਨੇ ਕੁਝ ਨਾ ਕੀਤਾ। ਰਾਮਚੰਦਰ ਭਗਵਾਨ ਦੇ ਚਰਨ ਧੋਣ ਨਾਲ ਵੀ ਕੋਈ ਪਵਿੱਤਰ ਨਾ ਹੋਇਆ ਜਲ, ਕਿਉਂਕਿ ਵਡਿਆਈ ਭਗਤਾਂ ਨੂੰ ਦੇਣੀ ਹੁੰਦੀ ਭਗਵਾਨ ਨੇ। ਮਾਤਾ ਭੀਲਣੀ ਜੀ ਦੇ ਚਰਨ ਧੋ ਕੇ ਅਤੇ ਜਲ ਪਾਇਆ ਸੀ ਉਸ ਨਦੀ ਵਿੱਚ, ਅਤੇ ਪਾਣੀ ਪਵਿੱਤਰ ਹੋਇਆ ਸੀ। ਅਤੇ ਜਿੰਨੇ ਉਹ ਰਿਖੀਆਂ ਨੇ, ਸਾਧੂਆਂ ਨੇ ਮਾਤਾ ਨੂੰ ਕੁੱਟਿਆ ਸੀ, ਨਾਲੇ ਚਰਨ ਦਬਾਉਂਦੇ ਸਨ। ਪਰ ਫਿਰ ਵੀ ਇੰਨੀ ਗਰੀਬੀ, ਭਗਵਾਨ ਰਾਮਚੰਦਰ ਨੂੰ ਕਿਹਾ, ਮਹਾਰਾਜ ਮੈਨੂੰ ਕਾਹਨੂੰ ਭਾਰ ਚੜ੍ਹਾਉਂਦੇ, ਮੈਨੂੰ ਮਾਫ਼ ਕਰੋ। ਇਹ ਤਾਂ ਸਾਧੂ ਸੰਤ ਹੈ, ਮੈਂ ਇਹਨਾਂ ਦੇ ਜਿਹੜੇ ਹੱਥ ਆਪਣੇ ਚਰਨਾਂ 'ਤੇ ਨਹੀਂ ਲਵਾਉਣਾ ਚਾਹੁੰਦੀ। ਇੰਨੀ ਸਾਖੀ ਸਾਸੰਗ ਦੀ ਦਿਲਚਸਪ ਵਿਰਾਗਮਈ ਕਥਾ ਉਹ ਸਾਖੀ ਜਿਹੜੀ ਸਾਰੀ ਉਹਦੇ ਵਿੱਚ ਆਉਂਦੀ ਹੈ, ਮੀਰ ਭੰਡਾਰ ਵਿੱਚ ਲਿਖੀ ਹੋਈ ਹੈ, ਉੱਥੋਂ ਪੜ੍ਹ ਸਕਦੇ ਹਾਂ। ਫਲ ਖਾਏ ਕੇ ਮਹਾਰਾਜ ਜੋ ਭੀਲਾਂ ਦੀ ਸੁਤਾ, ਭੀਲਣੀ ਮਾਤਾ ਦੇ ਤੁਸਾਂ ਹੱਥਾਂ ਦੇ ਫਲ ਬੇਰ ਖਾ ਕੇ ਸੋ ਉਧਾਰੀ ਉਹਦਾ ਉਧਾਰ ਭਾਰ ਤਾਰਾ ਕੀਤਾ ਸੀ। ਗਲ ਫੂਲਣ ਮਲ ਗਈ ਕੁਬਜਾ। ਫਿਰ ਤੁਹਾਡੇ ਲਾਲਚੀ ਸੁਭਾਅ ਦਾ ਮੈਂ ਇਹ ਕਥਨ ਕਰਦਾ ਕਿ ਪ੍ਰਭੂ ਜੀ, ਜਦੋਂ ਤੁਸੀਂ ਕ੍ਰਿਸ਼ਨ ਰੂਪ ਵਿੱਚ ਮਥੁਰਾ ਵਿੱਚ ਗਏ ਸੀ, ਉੱਥੇ ਜਦੋਂ ਤੁਸੀਂ ਕੁਬਜਾ ਜੋ ਕੰਸ ਤੁਹਾਡੇ ਮਾਮਾ ਜੀ ਦੀ ਨੌਕਰਾਣੀ ਸੀ, ਜਿਹੜੀ ਕੁੱਬੀ ਸੀ ਲੱਕ ਤੋਂ, ਅਤੇ ਕੁੱਬੀ ਹੋਣ ਕਰਕੇ ਉਹਦਾ ਨਾਮ ਕੁਬਜਾ ਪਿਆ ਹੋਇਆ ਸੀ, ਉਹਦੇ ਕੋਲੋਂ ਫੁੱਲਾਂ ਦੀ ਮਾਲਾ ਜਿਹੜੀ ਗਹੀ ਗ੍ਰਹਿਣ ਕੀਤੀ ਅਤੇ ਗਲ ਦੇ ਵਿੱਚ ਪਾਈ। ਜਦੋਂ ਉਹ ਨਿਉਂਤੇ ਵਾਸਤੇ ਵੀ ਮੈਂ ਦਰਸ਼ਨ ਕਰਨੇ ਹੈ, ਬਲਭੱਦਰ ਅਤੇ ਕ੍ਰਿਸ਼ਨ ਜੀ ਆਉਣ ਅੱਗੇ, ਇਹਨੇ ਛਲ ਰਚਿਆ ਸੀ ਵੀ ਅੱਜ ਮਰਵਾ ਦੇਣੇ ਦੋਨੇ। ਕੰਸ ਨੇ ਇਹ ਸੋਚਿਆ ਸੀ ਭਗਵਾਨ ਜਾ ਰਹੇ ਆ ਰਸਤੇ ਵਿੱਚ, ਇਹ ਰੋਜ਼ ਹੀ ਮਾਲਾ ਬਣਾਉਂਦੀ ਹੁੰਦੀ ਸੀ ਕੁਬਜਾ, ਕੰਸ ਦੀ ਗਲ ਵਿੱਚ ਪਾਉਣ ਵਾਲੀ, ਉੱਧਰ ਵੀ ਜਾ ਰਹੀ। ਭਗਵਾਨ ਜੀ ਗਏ, ਟਾਕਰਾ ਹੋ ਗਿਆ, ਰਸਤੇ ਵਿੱਚ ਹੀ ਮੇਲ ਮਿਲਾਪ ਹੋ ਗਿਆ। ਅਤੇ ਮਹਾਰਾਜ ਕ੍ਰਿਸ਼ਨ ਜੀ ਕਹਿੰਦੇ, ਇਹ ਸੁੰਦਰੀ, ਅਤੇ ਕੁਬਜਾ ਬੜੀ ਗੁੱਸਾ ਕੀਤਾ, ਕਹਿੰਦੀ ਇਹ ਬੱਚੇ ਮੈਨੂੰ ਮਖੌਲ ਕਰਦਾ, ਮੈਨੂੰ ਕੁੱਬ ਪਿਆ ਹੋਇਆ ਅਤੇ ਮਖੌਲ ਕਰਦੇ ਹੋ। ਅਤੇ ਭਗਵਾਨ ਜੀ ਕਹਿਣ ਲੱਗੇ ਵੀ ਮਾਤਾ, ਤੂੰ ਸੱਚਮੁੱਚ ਹੀ ਬਹੁਤ ਸੁੰਦਰ ਹੈ, ਸਾਰੀ ਸੁੰਦਰਤਾ ਤੇਰੇ ਕੁੱਬ ਵਿੱਚ ਹੀ ਸਮਾਈ ਹੋਈ। ਅਤੇ ਉਸ ਵੇਲੇ ਬੜਾ ਗੁੱਸਾ ਜਿਹਾ ਕੀਤਾ ਸੀ। ਫਿਰ ਕੀ ਕੀਤਾ, ਭਗਵਾਨ ਜੀ ਨੇ ਅੰਗੂਠੇ ਦੇ ਉੱਪਰ ਇਹਦੇ ਆਪਣਾ ਚਰਨ ਰੱਖ ਕੇ ਅਤੇ ਗੁੱਤ ਨੂੰ ਐਵੇਂ ਖਿੱਚਿਆ ਸੀ ਪਿਛਾਂਹ ਵੱਲ ਨੂੰ, ਗੁੱਤੋਂ ਫੜ ਕੇ ਉਹ ਸਾਰਾ ਹੱਥ ਦੇ ਨਾਲ ਦਬਾ ਕੇ ਅਤੇ ਕੁੱਬ ਕੱਢ ਦਿੱਤਾ ਸੀ। ਅਤੇ ਬੜਾ ਸੁੰਦਰ ਸਰੂਪ, ਸੋਹਣਾ ਵੀ ਕੁਝ ਨਹੀਂ, ਇੰਨੀ ਦੇ ਸੋਹਣੀ ਹੋ ਗਈ ਸੀ। ਅਤੇ ਉਹ ਖੁਸ਼ ਹੋ ਕੇ ਫਿਰ ਮਾਲਾ ਦਿੱਤੀ ਸੀ, ਮਾਤਾ ਕੁਬਜਾ ਨੇ ਗਲ ਵਿੱਚ ਪਾ ਦਿੱਤੀ। ਇੱਥੇ ਕਵੀ ਜੋ ਕਹਿ ਰਹੇ ਆ ਵੀ ਵੇਖੋ ਭਗਵਾਨ ਜੀ, ਤੁਸੀਂ ਜਦੋਂ ਮਾਮਾ ਕੰਸ ਦੇ ਘਰ ਜਾ ਰਹੇ ਸੀ, ਉਹਦੀ ਨੌਕਰਾਣੀ ਜਿਹੜੀ ਕੁਬਜਾ ਕੁੱਬੀ ਸੀ, ਅਤੇ ਉਹਦੇ ਹੱਥਾਂ ਦੀ ਜਿਹੜੀ ਮਾਲਾ ਗ੍ਰਹਿਣ ਕੀਤੀ ਅਤੇ ਗਲ ਵਿੱਚ ਪਾਈ ਅਤੇ ਉਹਦਾ ਕੁੱਬ ਦੂਰ ਕੀਤਾ ਸੀ। ਤਬ ਕੂਪਰ ਕੀ ਘਟਨਾਥ ਸਵਾਰੀ। ਅਤੇ ਹੇ ਮਾਲਕ ਪ੍ਰਭੂ ਜੀ, ਨਾਥ ਮਾਲਕ ਪ੍ਰਭੂ ਜੀ, ਤਦੋਂ ਤੁਸਾਂ ਨੇ ਉਸ ਕੂਬਰ ਜਿਹੜੀ ਕੁੱਬੀ ਦੀ ਕਮਰ ਸਿੱਧੀ ਕਰਕੇ ਸਵਾਰ ਦਿੱਤੀ ਸੀ। ਚਰਨ 'ਤੇ ਅੰਗੂਠਾ ਰੱਖ ਕੇ, ਗੁੱਤ ਨੂੰ ਫੜ ਕੇ ਅਤੇ ਲੱਕ ਨਾਲ ਦਬਾ ਕੇ ਉਹ ਕੁੱਬੀ ਦੀ ਜਿਹੜੀ ਲੱਕ ਨੂੰ ਸਵਾਰ ਦਿੱਤਾ ਸੀ, ਭਾਵ ਸਿੱਧਾ ਸਰੀਰ ਨਵਾਂ ਨਰੋਆ ਕਰ ਦਿੱਤਾ ਸੀ। ਬਿਨ ਮੋਲ ਨਾ ਕੰਮ ਕਰੋ ਹਰ ਜੀ। ਹੇ ਪ੍ਰਭੂ ਜੀ, ਮੈਨੂੰ ਤਾਂ ਇੰਝ ਹੀ ਲੱਗਦਾ ਕਿ ਤੁਸੀਂ ਬਿਨ ਬਿਨਾਂ ਮੁੱਲ ਲਏ ਤੋਂ ਤੁਸੀਂ ਕਿਸੇ ਦਾ ਵੀ ਜਿਹੜਾ ਨਾ ਕੋਈ ਵੀ ਕੰਮ ਹੈ ਉਹ ਨਹੀਂ ਨਹੀਂ ਕਰਦੇ ਹੋ, ਕਿਉਂਕਿ ਜਗ ਲੋਗਨ ਕੀ ਗਤ ਤੈ ਉਰ ਧਾਰੀ। ਤੁਸਾਂ ਵਿੱਚ ਵੀ
ਜਿਹੜੇ ਜਗ ਸੰਸਾਰ ਦੇ ਦੁਨਿਆਵੀ ਲੋਕ ਹੈ ਨਾ, ਲੋਕ ਉਹ ਲੋਕਾਂ ਦੀ ਹੀ ਜਿਹੜੀ ਗਤ ਚਾਲ ਰੀਤੀ ਹੈ ਆਪਣੇ ਔਰ ਧਾਰੀ ਔਰ ਹਿਰਦੇ ਦੇ ਵਿੱਚ ਧਾਰੀ ਕਹੀਏ, ਧਾਰਨਾ ਕੀਤੀ ਹੋਈ ਵੀ ਜਿਵੇਂ ਲੋਕ ਮਤਲਬੀ ਹੁੰਦੇ ਆ, ਬਿਨਾਂ ਕੁਝ ਲਏ ਤੋਂ ਕੰਮ ਹੀ ਨਹੀਂ ਨਾ ਕਰਦੇ। ਮਹਾਰਾਜ ਮੈਨੂੰ ਤਾਂ ਇਵੇਂ ਲੱਗਦਾ ਵੀ ਬਿਨਾਂ ਮੁੱਲ ਲਏ ਤੋਂ ਤੁਸੀਂ ਵੀ ਕਿਸੇ ਦਾ ਕੋਈ ਕੰਮ ਨਹੀਂ ਕਰਦੇ। ਸੰਸਾਰ ਦੇ ਜਿਹੜੇ ਲੋਕਾਂ ਦੀ ਜਗ ਲੋਕਾਂ ਨੂੰ ਕੀ ਜਗ ਦੇ ਲੋਕਾਂ ਦੀ ਜਿਹੜੀ ਗਤ ਚਾਲ ਰੀਤੀ ਹੈ ਤੈਂ ਕਹੀਏ ਆਪ ਜੀ ਨੇ ਔਰ ਹਿਰਦੇ ਵਿੱਚ ਧਾਰੀ ਹੋਈ ਵੀ ਦੋ ਅਤੇ ਲਓ, ਐਵੇਂ ਲੋਕ ਕਰਦੇ ਆ। ਐਵੇਂ ਪੰਡਿਤ ਗੁਲਾਬ ਸਿੰਘ ਜੀ ਪ੍ਰੇਮ ਨਾਲ ਹੀ ਕਹਿ ਰਹੇ ਮਹਾਰਾਜ ਜੀ ਨੂੰ ਕਿ ਵੇਖੋ ਉੱਤੇ ਪ੍ਰਮਾਣ ਦਿੱਤੇ ਵੀ ਪਹਿਲਾਂ ਦੇ ਚੌਲ ਲੈ ਸੁਦਾਮੇ ਨੂੰ, ਜਿਹੜੇ ਦੀ ਵਿਪਤਾ ਦੂਰ ਕਰ ਦਿੱਤੀ। ਹਾਥੀ ਕੋ ਕਮਲ ਫਲ ਦਿਆ, ਪੋਤਾਂ ਤੋਂ ਧਾਰਾਂ ਕੱਢ ਦਿੱਤੀਆਂ। ਮਾਤਾ ਭੀਲਣੀ ਕੋ ਫਲ ਖਾ ਕੇ ਤੇ ਤਾਰ ਦਿੱਤਾ। ਕੁਬਜਾ ਤੋਂ ਗਲ ਵਿੱਚ ਫੁੱਲਾਂ ਦੀ ਮਾਲਾ ਗ੍ਰਹਿਣ ਕੀਤੀ ਤਾਂ ਉਹਦਾ ਕੁੱਬ ਕੱਢ ਦਿੱਤਾ। ਅਤੇ ਮੈਨੂੰ ਤਾਂ ਮਹਾਰਾਜ ਐਵੇਂ ਦਿਖਦਾ ਵੀ ਬਿਨਾਂ ਮੁੱਲ ਤੋਂ ਤੁਸੀਂ ਕੋਈ ਕੰਮ ਨਹੀਂ ਕਰਦੇ। ਸੰਸਾਰ ਦੇ ਲੋਕਾਂ ਵਾਲੀ ਚਾਰ ਰੀਤੀ ਹਿਰਦੇ ਵਿੱਚ ਧਾਰੀ ਹੋਈ ਵੀ ਜੇ ਕੁਝ ਦਓਗੇ ਤਾਂ ਮੇਰੇ ਕੋਲ ਲਓਗੇ। ਸਵਈਆ ਜਗ ਮਾਹੀ ਅਨਾਦਿ ਸਮੇਂ ਕੋ ਸੁਣੋ, ਹੇ ਪ੍ਰਭੂ ਜੀ। ਉਹਦਾ ਅਰਥ ਜਿਵੇਂ ਇਹ ਸੰਸਾਰ ਅਨਾਦ ਆਦਿ ਭਾਵ ਅੰਤ ਅਰਥ ਰਹਿਤ ਅਤੇ ਆਦਿ ਦਾ ਅਰਥ ਆਦਿ, ਜੋ ਆਦਿ ਤੋਂ ਰਹਿਤ ਹੈ ਭਾਵ ਅਨਾਦਿ ਜਿਹੜਾ ਸਮਾਂ ਕਾਲ ਦਾ ਹੈ। ਕੋ ਸੁਣੋ ਤਿਵੇਂ ਤੁਸੀਂ ਸੁਣਨਾ ਕਰੋ। ਕੋ ਦਾ ਅਰਥ ਜਿਵੇਂ ਵੀ ਜਿਵੇਂ ਮਹਾਰਾਜ ਇਹ ਜੱਗ ਜਿਹੜਾ ਸੰਸਾਰ ਹੈ ਇਹ ਅਨਾਦਿ ਭਾਵ ਆਦਿ ਤੋਂ ਰਹਿਤ। ਅਨਾਦਿ ਦਾ ਅਰਥ ਵੀ ਬੇਅੰਤ ਪਹਿਲਾਂ ਦੇ ਜਿਹੜੇ ਸਮੇਂ ਤੋਂ ਹੀ ਆਏ ਦਾ ਅਰਥ ਹੈ। ਤਿਵੇਂ ਤੁਸੀਂ ਸੁਣਨਾ ਕਰੋ। ਹਮ ਦੁੱਖ ਸਹੇ ਤੇ ਮਾਹੇ ਕਰਾਰੇ, ਤੇ ਇਹ ਤਿਸ ਸੰਸਾਰ ਦੇ ਵਿੱਚ ਅਸੀਂ ਬਹੁਤ ਜਿਹੜੇ ਹੈ ਨਾ ਮਹਾਰਾਜ ਕਰਾਰੇ, ਜਿਹੜੇ ਕਰੜੇ ਦੁੱਖ ਸਹੀ ਸਹਾਰਨਾ ਕੀਤੇ ਹਨ। ਜਿਵੇਂ ਸੰਸਾਰ ਤੋਂ ਰਹਿਤ ਹੈ, ਅਨਾਦਿ ਕਾਲ ਦਾ ਹੀ ਹੈ, ਬਹੁਤ ਸਮੇਂ ਦਾ ਹੀ ਹੈ। ਮਹਾਰਾਜ ਤਿਵੇਂ ਤੁਸੀਂ ਸੁਣਨਾ ਕਰੋ ਕਿ ਇਸ ਸੰਸਾਰ ਦੇ ਵਿੱਚ ਹਮ ਦਾ ਅਰਥ ਅਸੀਂ ਵੀ ਬਹੁਤ ਜਿਹੜੇ ਨਾ ਕਰੜੇ ਸਖਤ ਦੁੱਖ ਸਹਾਰਨਾ ਕੀਤੇ ਹਨ। ਵਹਿ ਕੇਤਕ ਥੇ ਨ ਜਾਣ ਪਰੇ, ਬੜੇ ਸਹਾਰਨਾ ਦੁੱਖ ਕੀਤੇ। ਅਨਾਦਿ ਇਹ ਸੰਸਾਰ ਹੈ, ਇਹਦਾ ਕੋਈ ਲੈਣਾ ਦੇਣਾ ਨਹੀਂ ਕਦੋਂ ਦਾ ਬਣਿਆ। ਅਤੇ ਇਹਦੇ ਵਿੱਚ ਮਹਾਰਾਜ ਸੰਸਾਰ ਦੇ ਵਿੱਚ ਦੁੱਖ ਵੀ ਬੜੇ ਸਹਾਰਨਾ ਕੀਤੇ ਆ। ਅਤੇ ਅੱਗੇ ਕਹਿੰਦੇ ਆ ਵਹਿ ਕੇਤਕ ਥੇ ਨ ਜਾਣ ਪਰੇ। ਉਹ ਵਹਿ ਦਾ ਅਰਥ ਉਹ ਦੁੱਖ ਕੇਤਕ ਕਹੀਏ ਕਿਤਨੇ ਕੁ ਥੇ ਸੀ ਨਹਿ ਜਾਣ ਪਰੇ। ਇਹ ਗੱਲ ਦਾ ਜਿਹੜੀ ਜਾਣ ਸਮਝ ਹੈ ਉਹ ਅਜੇ ਤੱਕ ਨਹੀਂ ਪਰੇ ਕਹੀਏ ਪੈਂਦੀ। ਵਹਿ ਕੇਤਕ ਥੇ ਉਹ ਦੁੱਖ ਜਿਹੜੇ ਪਿਛੇ ਸਹਾਰੇ ਨਾਦੀ ਸਮੇਂ ਤੋਂ ਹੀ ਨਾਦੀ ਸੰਸਾਰ ਦੇ ਵਿੱਚ ਵਹਿ ਕੇਤਕ ਥੇ ਉਹ ਕੇਤਕ ਕਹੀਏ ਕਿੰਨੇ ਕੁ ਸੀ ਮਹਾਰਾਜ। ਥੇ ਦਾ ਅਰਥ ਸੀ ਨਹਿ ਜਾਣ ਪਰੇ, ਉਹ ਅਸੀਂ ਜਾਣ ਸਮਝ ਹੀ ਨਹੀਂ ਪਏ, ਸਮਝ ਹੀ ਨਹੀਂ ਸਾਨੂੰ ਪੈਂਦੀ ਵੀ ਕਿੰਨੇ ਕੁ ਦੁੱਖ ਸੀ। ਅਤੇ ਹੁਣ ਮੈਂ ਬੇਨਤੀ ਕਰਦਾ ਹਾਂ ਔਰਨ ਕੋ ਡਰ ਪਾਹੇ ਹਮਾਰੇ। ਹੁਣ ਔਰਨ ਜਿਹੜਾ ਹੋਰ ਦੁੱਖ ਹੈ, ਕੋ ਦਾ ਅਰਥ ਦਾ ਹੋਰ ਦੁੱਖਾਂ ਦਾ ਡਰ ਜਿਹੜਾ ਹੈ ਪਾਹੇ ਹਮਾਰੇ ਸਾਡੇ ਅੰਦਰ ਪਾਹੇ ਪੈ ਰਿਹਾ ਹੈ। ਪਹਿਲੇ ਦੁੱਖਾਂ ਦਾ ਹੀ ਕੋਈ ਸਮਝ ਨਹੀਂ ਵੀ ਕਿੰਨੇ ਸੀ, ਅਤੇ ਮਹਾਰਾਜ ਹੁਣ ਵੀ ਔਰਨ ਕੋ ਹੋਰ ਦੁੱਖਾਂ ਦਾ ਡਰ ਪਾਹੇ ਮਾਰੇ ਸਾਡੇ, ਪਾਹੇ ਦਾ ਅਰਥ ਸਾਡੇ ਪਾਸ ਪੈ ਰਿਹਾ, ਸਾਡੇ ਅੰਦਰ ਪੈ ਰਿਹਾ ਹੈ। ਜਗ ਦੁਖ ਹਰੇ ਹਰਿ ਨਾਮ ਬਲੀ, ਹੇ ਹਰੀ ਪਰਮੇਸ਼ਰ ਵਾਹਿਗੁਰੂ। ਜਗ ਇਹ ਜਿਹੜਾ ਸੰਸਾਰ ਹੈ
ਇਹ ਸੰਸਾਰ ਦੇ ਸਾਰੇ ਜਿਹੜੇ ਦੁੱਖਾਂ ਨੂੰ ਤੇਰਾ ਜਿਹੜਾ ਬਲ ਵਾਲਾ ਨਾਮ ਹੈ ਹਰੇ ਨਾਸ ਕਰ ਦਿੰਦਾ ਹੈ। ਇਹ ਭਾਂਤ ਮਹਾਤਮ ਵੇਦ ਉਚਾਰੇ। ਇਹ ਭਾਂਤ ਇਸ ਤਰੀਕੇ ਨਾਲ ਜਿਹੜੇ ਚਾਰ ਵੇਦ ਹੈ ਜਾਂ ਵੇਦ ਵਿਗਿਆਨਮਈ ਗ੍ਰੰਥ ਹੈ, ਇਹ ਮਹਾਤਮ ਫਲ ਉਚਾਰੇ ਕਥਨ ਕਰਦੇ ਹਨ। ਜਗ ਦੁਖ ਹਰਿ ਹਰਿ ਨਾਮ ਬਲੀ। ਇਹ ਹਰੀ ਦਾ ਅਰਥ ਪਰਮੇਸ਼ਰ ਤੇਰਾ ਜਿਹੜਾ ਨਾਮ ਬਲੀ ਹੈ ਉਹ ਜਗ ਸੰਸਾਰ ਦੇ ਦੁੱਖ ਹਰੇ ਨਾਸ ਕਰ ਦਿੰਦਾ ਹੈ। ਇਹ ਭਾਂਤ ਇਸ ਤਰੀਕੇ ਨਾਲ ਜਿਹੜੇ ਮਹਾਤਮਾ ਲੋਕ ਹੈ, ਸੰਤ ਲੋਕ ਤੇ ਵੇਦ ਹੈ, ਉਹ ਇਸ ਤਰ੍ਹਾਂ ਦਾ ਮਹਾਤਮ ਕਹੀਏ ਫਲ ਉਚਾਰੇ ਚਾਹਦੇ ਹਨ। ਜਗ ਕੇ ਸਭ ਦੁਖਨ ਮੋਹੇ ਹਰੋ। हे ਪ੍ਰਭੂ, ਇਸ ਲਈ ਹੁਣ ਤੁਸੀਂ ਜਗ ਕੇ ਸੰਸਾਰ ਅੰਦਰ ਮੇਰੇ ਜਿਹੜੇ ਸਭ ਦੁੱਖਨ ਸਾਰੇ ਦੁੱਖ ਹੈ, ਮੋਹਿ ਦਾ ਅਰਥ ਮੇਰੇ ਸਾਰੇ ਜਿਹੜੇ ਦੁੱਖ ਹੈ ਹਰੋ ਨਾਸ ਕਰ ਦੇਵੋ। ਮੋਹਿ ਹਾਨ ਨਹੀਂ ਹਰ ਲਾਜ ਤੁਮਾਰੇ। ਜੇ ਨਾ ਨਾਸ ਕਰੋਗੇ ਤਾਂ ਮੋਹੇ ਹਾਨ ਨਹੀਂ, ਮਹਾਰਾਜ ਮੈਨੂੰ ਕੋਈ ਵੀ ਘਾਟਾ ਨਹੀਂ ਹੈ। ਹਰ ਲਾਜ ਤੁਮਾਰੇ, ਕਿਉਂਕਿ ਮੈਂ ਤਾਂ ਪਹਿਲਾਂ ਹੀ ਦੁਖੀ ਸਾਂ। ਪਰ ਹੇ ਹਰੀ ਪਰਮੇਸ਼ਰ, ਲਾਜ ਤੁਮਾਰੇ ਜਿਹੜੇ ਤੁਹਾਡੇ ਨਾਮ ਨੂੰ ਲਾਜ ਲੱਗੇਗੀ। ਪਰ ਲੋਕ ਕੀ ਕਹਿਣਗੇ ਕਿ ਰੱਬ ਦੇ ਰਸਤੇ ਤੁਰਿਆ ਹੋਇਆ ਸੀ, ਵੇਖੋ ਇੰਨਾ ਤਪ ਕਰਦਾ ਰਿਹਾ ਤੇ ਦੁਖੀ ਹੋ ਕੇ ਮਰਿਆ, ਇੰਨਾ ਨਾਮ ਜਪਦਾ, ਭਲੇ ਪਰਉਪਕਾਰ ਦੇ ਕੰਮ ਕਰਦਾ, ਪਰ ਰੱਬ ਨੇ ਇਹਦੀ ਗੱਲ ਕੋਈ ਮਦਦ ਨਹੀਂ ਕੀਤੀ। ਕੀ ਫਾਇਦਾ ਰੱਬ ਦਾ ਨਾਮ ਜਪਿਆ? ਇਸ ਕਰਕੇ ਜਿਹੜੀ ਜ਼ਿੰਦਗੀ ਉਹਨੂੰ ਉਸੇ ਤਰ੍ਹਾਂ ਜੀਣਾ ਚਾਹੀਦਾ। ਰੱਬ ਨੇ ਕੀ ਕਰਨਾ? ਇਹ ਕਵੀ ਜੀ ਕਹਿ ਰਹੇ ਆ ਵੀ ਮਹਾਰਾਜ ਕਿੰਨੇ ਦੁੱਖ ਸੀ, ਉਹਦਾ ਤਾਂ ਸਮਝ ਨਹੀਂ ਪੈਂਦੀ। ਅਬ ਔਰਨ ਕੋ ਡਰ ਪਾਹੇ ਮਾਰੇ। ਹੁਣ ਤੇ ਸਾਨੂੰ ਹੋਰਾਂ ਦਾ ਵੀ ਡਰ ਪੈ ਰਿਹਾ, ਕਿਤੇ ਹੋਰ ਨਾ ਦੁੱਖ ਪੈ ਜਾਣ। ਤੇ ਮੈਂ ਸੁਣਿਆ ਵੀ ਜਿਹੜੇ ਵੇਦ ਹੈ, ਮਹਾਤਮਾ, ਉਹ ਇਸ ਤਰ੍ਹਾਂ ਨਾਲ ਫਲ ਉਚਾਰਦੇ ਆ ਵੀ ਸੰਸਾਰ ਦੇ ਜਿੰਨੇ ਵੀ ਦੁੱਖ ਹੈ ਪਰਮੇਸ਼ਰ ਦਾ ਨਾਮ ਬੜੀ ਨਾਸ ਕਰ ਸਕਦਾ ਤੇ ਵਾਹਿਗੁਰੂ ਆਪ ਕਰ ਸਕਦਾ। ਇਸ ਕਰਕੇ ਜਗ ਕੇ ਸਭ ਦੁੱਖਨ ਮੋਹੇ ਹਰੋ। ਮੋਹੇ ਦਾ ਅਰਥ ਮੇਰੇ ਜਿਹੜੇ ਮਹਾਰਾਜ ਜਗ ਸੰਸਾਰ ਦੇ ਸਾਰੇ ਦੁੱਖ ਹਨ ਉਹ ਹਰੋ ਆਪ ਨਾਸ ਕਰ ਦੇਵੋ। ਤੇ ਜੇ ਆਪ ਕਹੋ ਵੀ ਮੈਂ ਨਹੀਂ ਕਰਾਂਗਾ, ਵੀ ਮੈਂ ਨਹੀਂ ਨਾਸ ਕਰਨੇ ਦੁੱਖ, ਤੇ ਮੋਹੇ ਹਾਨ ਨਹੀਂ। ਹੈ ਪਰਮੇਸ਼ਰ, ਮੈਨੂੰ ਕੋਈ ਵੀ ਹਾਨੀ ਘਾਟਾ ਨਹੀਂ ਹੈ ਕਿ ਤੁਸੀਂ ਮੇਰੇ ਪਾਪ ਨਹੀਂ ਦੂਰ ਕਰਦੇ। ਹਰ ਲਾਜ ਤੁਮਾਰੇ, ਮਹਾਰਾਜ ਤੁਹਾਡੇ ਨਾਮ ਨੂੰ ਲੱਜਿਆ ਹੈ। ਭਾਵ ਲੋਕ ਇਹੀ ਕਹਿਣਗੇ ਵੀ ਵੇਖੋ ਨਾਮ ਜਪਦਾ ਧਰਮੀ ਬੰਦਾ ਸੀ ਤੇ ਕਿੰਨਾ ਦੁਖੀ ਹੋ ਕੇ ਮਰਿਆ, ਅੱਗੇ ਪਤਾ ਨਹੀਂ ਕੀ ਹੋਣਾ ਇਹਦੇ ਨਾਲ। ਇਸ ਕਰਕੇ ਮਹਾਰਾਜ ਮੇਰੇ ਆਪ ਜੀ ਦੁੱਖ ਜ਼ਰੂਰ ਹੀ ਨਾਸ ਕਰੋ। ਮੇਰਾ ਗਰੀਬ ਦਾ ਕੀ ਜਾਣਾ, ਧੱਕੇ ਪੈਣ ਤੇਰੇ ਨਾਮ ਨੂੰ, ਜਿਵੇਂ ਮਹਾਂਪੁਰਸ਼ ਧਾਰਨਾ ਲਾਉਂਦੇ। ਬੇਨਤੀ ਕਰਦਾ ਕਵੀ ਸਾਹਿਬ ਦਾ ਇੱਕ ਤਰੀਕਾ ਵੀ ਮਹਾਰਾਜ ਮੇਰੇ ਨਾਸ ਕਰੋ ਦੁੱਖ। ਜੇ ਕਰੋਗੇ ਤੇ ਤੁਹਾਡੇ ਨਾਮ ਦੀ ਮਹਿਮਾ ਹੋਏ, ਕਹਿਣਗੇ ਵੀ ਫਲਾਣਾ ਭਗਤ ਸੀ, ਉਹ ਕਿੰਨੀ ਕਿਰਪਾ ਕੀਤੀ ਹੈ। ਆਪ ਜੀ ਨੇ ਕੀਤੀ ਹੈ। ਭਗਤ ਕਬੀਰ ਜੀ ਦੇ, ਭਗਤ ਨਾਮਦੇਵ ਜੀ, ਭਗਤ ਸਧਨਾ ਜੀ, ਬਾਬਾ ਫਰੀਦ ਜੀ, ਭਗਤ ਸੂਰਦਾਸ, ਉਹ ਨਾਮ ਦੇ ਕਰਕੇ ਆਪ ਨੂੰ ਲੱਜਾ ਰੱਖੀ ਹੈ। ਅਵਸਰ ਲੱਜਾ ਰਾਖ ਲਓ ਸਧਨਾ ਜਨ ਤੇਰਾ। ਇਸੇ ਤਰ੍ਹਾਂ ਮਹਾਰਾਜ ਮੇਰੀ ਵੀ ਤੁਸੀਂ ਸੱਚਾ ਪਾਤਸ਼ਾਹ ਲੱਜਿਆ ਰੱਖੋ, ਕਿਉਂਕਿ ਤੁਹਾਡੇ ਨਾਮ ਨੂੰ ਰੱਜਿਆ ਹੈ, ਤੁਹਾਨੂੰ ਰੱਜਿਆ ਹੈ। ਲੋਕ ਮੈਨੂੰ ਭਗਤ ਸਿੱਖ ਕਹਿੰਦੇ ਹੈ। ਜੇ ਦੁੱਖ ਨਾਸ ਕਰੋਗੇ ਤਾਂ ਬਹੁਤ ਲਾਭ ਹੈ, ਨਹੀਂ ਕਰੋਗੇ ਤਾਂ ਮੋਹੇ ਹਾਨ ਨਹੀਂ, ਮੈਨੂੰ ਘਾਟਾ ਨਹੀਂ ਹੈ। ਇਹ ਪ੍ਰੇਮ ਨਾਲ ਸਾਹਿਬ ਜੀ ਕਹਿ ਰਹੇ ਹੈ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਆਪਾਂ ਪਾਵਨ ਸਮਰਥ ਦੇ ਜਿਹੜੇ 88 ਸਵਈਏ ਦੋਹਰਿਆਂ ਸਮੇਤ ਛੰਦ ਪਾਵਨ ਸਮਰਥ ਗ੍ਰੰਥ ਕਰ ਚੁੱਕੇ ਹਾਂ। ਹੁਣ ਅੱਗੇ ਜਿਵੇਂ ਆਵੇਗਾ ਉਹ ਆਪਾਂ ਅੱਗੇ ਕੱਲ੍ਹ ਦੇ ਸਰਵਣ ਕਰਾਂਗੇ। ਹੁਣ ਇੱਥੇ ਜਿਹੜੀ ਆਪਾਂ ਸਮਾਪਤੀ ਕਰੀਏ ਪੰਕਤੀਆਂ ਅਖੀਰਲੀਆਂ ਪੜ੍ਹ ਕੇ ਜੀ। ਜਗ ਦੁਖ ਹਰੇ ਹਰ ਨਾਮ ਬਲੀ, ਇਹ ਭਾਂਤ ਮਹਾਤਮ ਵੇਦ ਉਚਾਰੇ।
जग के सब दुखन मोहे हरो, मोहे हान नहीं हर लाज तुम्हारे। वाहिगुरु जी का खालसा, वाहिगुरु जी की फतेह।